ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 12 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪ੍ਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ 22 ਸਾਲਾਂ ਦੀ ਜਿਹੜੀ ਬਾਈਕਰ ਆ ਉਹ ਮਿਸਿੰਗ ਸੀ। ਹੁਣ ਇਹ ਪਤਾ ਚੱਲਿਆ ਵੀ ਉਸ ਦੀ ਜਿਹੜੀ ਬੋਡੀ ਆ ਉਹ ਲੱਭ ਲਈ ਗਈ ਹੈਗੀ ਆ। ਲੈਫੀ ਹੁਆਂਗ ਐਲਮੋਂਟੇ ਏਰੀਏ ਤੋਂ ਆ। ਫਰਵਰੀ 4 ਤੋਂ ਮਿਸਿੰਗ ਸੀਗੀ ਤੇ ਇੱਕ ਡਰੋਨ ਦੇ ਰਾਹੀਂ ਜੋ ਆ ਉਸ ਨੂੰ ਜਿਹੜਾ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ, ਲੱਭਿਆ ਗਿਆ ਉਹਦੀ ਬੋਡੀ ਨੂੰ ਤੇ ਬਾਅਦ ਦੇ ਵਿੱਚ ਉਹਦੀ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਹੈਗੀ ਆ। ਕਹਿੰਦੇ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਹਾਈਕਿੰਗ ਕਰਨ ਗਈ ਸੀ ਜਿਸ ਟਾਈਮ ਦੇ ਉੱਤੇ ਐਟਮੋਸਫੇਰਿਕ ਰਿਵਰ ਆ ਗਿਆ। ਸੈਨ ਗੈਬਰੀਅਲ ਮਾਊਂਟੇਨਸ ਏਰੀਏ ਦੇ ਵਿੱਚ ਜਿਹੜਾ ਮਾਊਂਟ ਵੈਲਡੀ ਦਾ ਏਰੀਆ ਆ, ਫਰਵਰੀ 4 ਨੂੰ ਉੱਥੇ 2 ਵਜੇ ਦੇਖੀ ਗਈ ਸੀ। ਉਹ ਤੋਂ ਬਾਅਦ ਫਿਰ ਇਹਦਾ ਜਿਹੜਾ ਕੰਟੈਕਟ ਆ ਕਿਸੇ ਨਾਲ ਨਹੀਂ ਹੋ ਸਕਿਆ। ਸੈਨ ਬਰਨਾਰਡੋ ਕਾਉਂਟੀ ਸ਼ੈਰਿਫ ਆਫਿਸ ਡਿਪਾਰਟਮੈਂਟ ਨੇ ਦੱਸਿਆ ਹੈਗਾ। ਤੇ ਫਰਵਰੀ 6 ਤੋਂ ਲੈ ਕੇ ਜੋ ਆ ਸਰਚ ਕਰੀਓ ਇਹਦੀ ਸਰਚ ਕਰ ਰਿਹਾ ਸੀ ਤੇ ਅੱਜ ਜਿਹੜੀ ਆ ਉਸ ਦੀ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਗਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, 5 ਸਤੰਬਰ 2020 ਨੂੰ ਇੱਕ ਅਲਟਰਾਡੋ ਫਾਇਰ ਲੱਗੀ ਸੀ ਕੈਲੀਫੋਰਨੀਆ 'ਚ, ਜੋ ਕਿ ਬੜੀ ਭਿਆਨਕ ਸਾਬਤ ਹੋਈ ਸੀ। ਉਸ ਅੱਗ ਲੱਗਣ ਦੇ ਪਿੱਛੇ ਕਾਰਨ ਇਹ ਸੀਗਾ ਵੀ ਜਿਮਨੇਜ਼ ਪਰਿਵਾਰ, ਰਫੀਗੀਓ ਜਿਮਨੇਜ਼ ਜੂਨੀਅਰ ਤੇ ਐਂਜਲੀਨਾ ਜਿਮਨੇਜ਼ ਜੂਨੀਅਰ ਆਪਣੇ ਬੱਚਿਆਂ ਦੇ ਨਾਲ ਇੱਕ ਫੋਟੋ ਸ਼ੂਟ ਕਰਨ ਗਏ ਸੀ ਜੈਂਡਰ ਰਿਵੀਲ ਪਾਰਟੀ ਦੇ ਲਈ ਅਲਟਰਾਡੋ ਰੈਂਚ ਪਾਰਕ ਦੇ ਵਿੱਚ, ਯੂਕਾਈਪਾ ਦੇ ਵਿੱਚ। ਕਹਿੰਦੇ ਵੀ ਉਸ ਦੌਰਾਨ ਜਿਹੜੀਆਂ ਚੀਜ਼ਾਂ ਉਹਨਾਂ ਨੇ ਵਰਤੀਆਂ, ਉਸ ਤੋਂ ਬਾਅਦ ਦੇ ਵਿੱਚ ਉੱਥੇ ਪਹਾੜੀਆਂ 'ਚ ਜੰਗਲੀ ਅੱਗ ਲੱਗੀ। ਸਮੋਕ ਜਨਰੇਟ ਕਰਨ ਵਾਲਾ ਪਾਇਰੋਟੈਕਨਿਕ ਡਿਵਾਈਸ ਸੀਗਾ, ਉਸ ਨੇ ਖੁਸ਼ਕ ਹੋਏ ਇਲਾਕੇ ਦੇ ਵਿੱਚ ਅੱਗ ਲਾ ਦਿੱਤੀ ਤੇ ਅੱਗ ਜੰਗਲ ਦੇ ਵਿੱਚ ਜਿੱਦਾਂ ਅੱਗ ਵਾਂਗੂ ਇਹ ਆਪਾਂ ਫਰੇਜ਼ ਵਰਤਦੇ ਹਾਂ, ਉਹਦੇ ਵਾਂਗੂ ਜਿਹੜੀ ਉਹ ਫੈਲ ਗਈ ਤੇ ਉਹ ਅੱਗ ਇੰਨੀ ਕੁ ਜ਼ਿਆਦਾ ਵੱਡੀ ਸਾਬਤ ਹੋਈ ਵੀ ਉਸ ਦੇ ਕਰਕੇ ਇੱਕ ਫਾਇਰ ਫਾਈਟਰ ਦੀ ਵੀ ਬਾਅਦ 'ਚ ਇਵੈਂਚੁਅਲੀ ਕਾਬੂ ਪਾਉਂਦਿਆਂ ਉਸ ਦੀ ਮੌਤ ਹੋ ਗਈ ਸੀ। ਅੱਜ ਇਵੈਂਚੁਅਲੀ ਉਸ ਪਰਿਵਾਰ ਦੇ ਵੱਲੋਂ ਉਸ ਜੋੜੇ ਦੇ ਦੁਆਰਾ ਉਸ ਜੈਂਡਰ ਰਿਵੀਲ ਫੋਟੋ ਸ਼ੂਟ ਦੇ ਵਿੱਚ ਲੱਗੀ ਅੱਗ ਦੇ ਦੋਸ਼ਾਂ ਨੂੰ ਉਸ ਨੇ ਕਬੂਲਿਆ ਹੈਗਾ ਆ। ਸੋ ਸਟਰੋਂਗ ਵਿੰਡਸ ਸੀਗੀਆਂ ਉਸ ਦੌਰਾਨ, ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ, ਆਲੇ ਦੁਆਲੇ ਖੁਸ਼ਕੀ ਸੀ। ਉਹ ਦਿਨ ਸੀਗੇ ਹਰਜੋਤ ਸਿੰਘ ਜੀ ਜਦੋਂ ਸੋਕੇ ਦਾ ਪ੍ਰਭਾਵ ਚਰਮ ਸੀਮਾ ਦੇ ਉੱਤੇ ਸੀਗਾ। ਲਾਸ ਐਂਜਲਸ ਦੇ ਉਹਨਾਂ ਨੈਸ਼ਨਲ ਫੋਰੈਸਟ ਇਲਾਕੇ ਦੇ ਵਿੱਚ ਅੱਗ ਲਗਾਤਾਰ ਫੈਲਦੀ ਗਈ। ਚਾਰਲਸ ਮੌਰਟਨ 39 ਸਾਲਾਂ ਦਾ ਬਿਗ ਬੇਅਰ ਇੰਟਰ ਏਜੰਸੀ ਹੌਟ ਸ਼ਾਟ ਸਕੁਆਡ ਦਾ ਉਸ ਦੀ ਇਸ ਅੱਗ ਦੇ ਵਿੱਚ ਮੌਤ ਹੋ ਗਈ ਸੀਗੀ। ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਰਨੀ ਨੇ ਅਨਾਊਂਸ ਕੀਤਾ ਵੀ ਇਸ ਬੰਦੇ ਦੇ ਦੁਆਰਾ ਬੀਤੇ ਸ਼ੁੱਕਰਵਾਰ ਆਪਣੇ ਦੋਸ਼ਾਂ ਨੂੰ ਕਬੂਲਿਆ ਗਿਆ ਹੈ, ਜਿਸ ਦੇ ਵਿੱਚ ਇਨਵੋਲੰਟਰੀ ਮੈਨਸਲੌਟਰ ਦੇ ਦੋਸ਼ ਉਸ ਉੱਤੇ ਲੱਗੇ ਸੀਗੇ ਤੇ 2 ਚਾਰਜ ਲਾਏ ਗਏ ਸੀ। 2 ਕਾਊਂਟ ਸੀਗੇ ਰੈਕਲੈਸ ਕਾਜ਼ਿੰਗ ਅ ਫਾਇਰ ਟੂ ਇਨਹੈਬਿਟੇਟਿਡ ਸਟਰਕਚਰ। ਸੋ ਕਹਿੰਦੇ ਵੀ 23 ਫਰਵਰੀ ਨੂੰ ਹੁਣ ਉਹਨਾਂ ਨੂੰ ਜਿਹੜਾ ਕਸਟਡੀ ਦੇ ਵਿੱਚ ਲਿਆ ਜਾਊਗਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ 1 ਸਾਲ ਦੀ ਜਿਹੜੀ ਸਜ਼ਾ ਆ, ਜੇਲ੍ਹ ਆ, ਉਹ ਕੱਟਣੀ ਪਊਗੀ। ਉਹਦੇ ਸੈਂਟੈਂਸ ਦੇ ਵਿੱਚ ਕਹਿੰਦੇ ਵੀ 2 ਸਾਲਾਂ ਦੀ ਫੈਲਨੀ ਪ੍ਰੋਬੇਸ਼ਨ ਤੇ 200 ਘੰਟੇ ਦਾ ਕਮਿਊਨਿਟੀ ਸਰਵਿਸ ਵੀ ਜਿਹੜਾ ਆ ਉਹ ਦਿੱਤੀ ਗਈ ਆ। ਐਂਜਲੀਨਾ ਜਿਮਨੇਜ਼ ਜੋ ਕਿ ਉਸ ਟਾਈਮ ਦੇ ਉੱਤੇ ਗਰਭਵਤੀ ਸੀਗੀ, ਜਿਸ ਦਾ ਉਹ ਪਤਾ ਕਰਨ ਦੇ ਲਿੰਗ ਦੱਸਣ ਦੇ ਲਈ ਹੀ ਇਹ ਜਿਹੜਾ ਇੱਕ ਪਾਰਟੀ ਕੀਤੀ ਜਾਂਦੀ ਹੈ। ਜੈਂਡਰ ਰਿਵੀਲ ਪਾਰਟੀਜ਼ ਬਹੁਤ ਤਰ੍ਹਾਂ ਦੀਆਂ
ਇੱਥੇ ਹੁੰਦੀਆਂ, ਉਸ ਦੇ ਉੱਤੇ ਵੀ 3 ਮਿਸਡਮੀਨਰ ਦੇ ਜਿਹੜੇ ਕਾਊਂਟ ਆ ਉਹ ਲਾਏ ਗਏ ਸੀਗੇ। ਉਸ ਨੂੰ ਵੀ ਸਾਲ ਦੀ ਜਿਹੜੀ ਸਜ਼ਾ ਆ ਉਹ ਪ੍ਰੋਬੇਸ਼ਨ ਦੇ ਤੌਰ ਦੇ ਉੱਤੇ ਤੇ 400 ਘੰਟੇ ਦੀ ਕਮਿਊਨਿਟੀ ਸਰਵਿਸ ਦੀ ਲਾਈ ਗਈ ਆ। ਇਸ ਤੋਂ ਇਲਾਵਾ ਤਕਰੀਬਨ $2.25 ਮਿਲੀਅਨ ਦੇ ਰੈਸਟੀਟਿਊਸ਼ਨ ਦੇ ਜੁਰਮਾਨੇ ਦੇਣ ਦੇ ਲਈ ਵੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀਗੀ। ਸੋ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਕੋਈ ਖੁਸ਼ੀ ਦਾ ਮਾਹੌਲ ਕਿੱਦਾਂ ਮਾਤਮ ਦੇ ਵਿੱਚ ਜਿਹੜਾ ਤਬਦੀਲ ਹੋ ਜਾਂਦਾ ਆ। ਹਾਸੇ ਦਾ ਮੜਾਸਾ ਜਿਹੜਾ ਅਕਸਰ ਵਰਤਦੇ ਆਪਾਂ, ਉਹ ਇਸ ਚੀਜ਼ ਨੂੰ ਆਖਿਆ ਜਾਂਦਾ। ਸੋ ਭਾਈ ਬਹੁਤ ਧਿਆਨ ਦੇ ਨਾਲ ਜਿੱਥੇ ਵੀ ਜੋ ਵੀ ਆਪਾਂ ਕੰਮ ਕਰ ਰਹੇ ਹੁੰਦੇ ਆ ਉਹ ਕਰੋ, ਚਾਹੇ ਉਹ ਐਕਸੀਡੈਂਟ ਸੀਗਾ, ਪਰ ਸਥਿਤੀਆਂ ਨੂੰ ਦੇਖਦੇ ਹੋਏ ਹੀ ਅਜਿਹੇ ਫੈਸਲੇ ਜਿਹੜੇ ਉਹ ਲੈਣੇ ਚਾਹੀਦੇ ਨੇ। ਕੈਲੀਫੋਰਨੀਆ ਦੇ ਵਿੱਚ ਹੁਣ ਜੋ ਵਰਕਰਸ ਆ ਉਹਨਾਂ ਨੂੰ ਆਪਣੇ ਆਫਿਸਿਸ ਦੇ ਵਿੱਚ ਬੁਲਾਇਆ ਜਾ ਰਿਹਾ ਵੀ ਭਾਈ ਹੁਣ ਬਹੁਤ ਚਿਰ ਤੁਸੀਂ ਘਰਾਂ ਤੋਂ ਕੰਮ ਕਰ ਲਿਆ, ਹੁਣ ਆਫਿਸ ਦੇ ਵਿੱਚ ਆ ਕੇ ਕੰਮ ਕਰੋ। ਇਸੇ ਤਰ੍ਹਾਂ ਸਟੇਟ ਆਫ ਕੈਲੀਫੋਰਨੀਆ ਦੇ ਜਿਹੜੇ EMPLOYEES ਆ ਹੁਣ ਉਹਨਾਂ ਨੂੰ ਵੀ ਕਿਹਾ ਗਿਆ ਹੈ ਵੀ 2 ਤੋਂ 3 ਦਿਨ ਤੁਹਾਨੂੰ ਹੁਣ ਜਿਹੜਾ ਇਹ ਕੰਮ ਆ ਆਫਿਸ ਤੋਂ ਕਰਨਾ ਪੈਣਾ ਆ। ਅੱਜ ਸੈਕਰਾਮੈਂਟੋ ਬੀ ਨੇ ਕਾਫੀ ਵੱਡੀ ਸਟੋਰੀ ਇਸ ਸੰਬੰਧ ਵਿੱਚ ਰਨ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਸਟੇਟ ਵਰਕਰਸ ਦੇ ਨੂੰ ਕਿਹਾ ਗਿਆ ਵੀ ਤੁਹਾਨੂੰ ਮੈਂਡੇਟ ਆ ਹੁਣ ਆਫਿਸ ਤੋਂ ਕੰਮ ਕਰਨਾ ਪੈਣਾ, ਵੀ ਇਹ ਕਾਸਟ ਕਰੂਗਾ, ਇਹ ਉਹਨਾਂ ਨੂੰ ਜਿਹੜਾ ਆ ਮਨੀ ਇਹਦੇ ਉੱਤੇ ਕਾਫੀ ਸਪੈਂਡ ਕਰਨਾ ਪਊਗਾ। ਇਸੇ ਤਰ੍ਹਾਂ ਇੱਕ ਮੈਟ ਵਿਲੀਅਮਸ ਨਾਮ ਦੀ ਬੀਬੀ ਦਾ ਉਹਨੇ ਦੱਸਿਆ, ਕਹਿੰਦੇ ਵੀ ਮੈਂ ਹਾਈਬ੍ਰਿਡ ਵਰਕ ਕਰਦੀ ਸੀ, ਜਾਂ ਤਾਂ ਟੋਟਲੀ ਪਹਿਲਾਂ ਕਹਿੰਦੇ ਆਫਿਸ ਕਰਦੀ ਸੀ, ਤੇ ਬਾਅਦ ਦੇ ਵਿੱਚ ਟੋਟਲੀ ਘਰੋਂ ਕਰਦੀ ਸੀ। ਹੁਣ ਜਿਹੜਾ ਆ ਮੈਨੂੰ ਇਹ ਐਲਗਰੋਵ ਤੋਂ ਲੈ ਕੇ ਸੈਕਰਾਮੈਂਟੋ ਡਾਊਨਟਾਊਨ ਜਿੱਥੇ ਆਫਿਸ ਆ, ਆਫਿਸ ਆਫ 에ਅਰ ਰਿਸੋਰਸਿਸ ਬੋਰਡ, ਉੱਥੇ ਕੰਮ ਕਰਨ ਜਾਣਾ ਪਿਆ ਕਰਨਾ, ਜੋ ਕਿ 30 ਤੋਂ 50 ਮਿੰਟ ਦਾ ਸਮਾਂ ਲੱਗਦਾ ਹੈਗਾ। ਕਹਿੰਦੇ ਵੀ ਅਸੀਂ ਕਾਰ ਵੀ ਜਿਹੜੀਆਂ ਸਾਡੇ ਕੋਲ 2 ਸੀਆਂ, ਇੱਕ ਸੈਲ ਕਰਤੀ, ਹੁਣ ਕਾਰ ਵੀ ਖਰੀਦਣੀ ਪਊਗੀ, ਉਹਦੀ ਇੰਸ਼ੋਰੈਂਸ ਵੀ ਕਰਾਉਣੀ ਪਊਗੀ। ਕੈਲੀਫੋਰਨੀਆ 'ਚ ਇੰਸ਼ੋਰੈਂਸ ਰੇਟ ਬਹੁਤ ਹਾਈ ਆ, ਗੈਸ ਵੀ ਹਾਈ ਆ, ਪਲੱਸ ਜਾਣ ਆਉਣ ਦਾ ਸਮਾਂ। ਸੋ ਇਹਦੇ ਵਿੱਚ ਜਿਹੜਾ ਮਨੀ ਆ ਉਹ ਵੀ ਜਿਹੜਾ ਸਪੈਂਡ ਹੁੰਦਾ ਹੈਗਾ। ਪਰ ਦੂਸਰੇ ਪਾਸੇ ਕਮਰਸ਼ੀਅਲ ਰੀਅਲ ਸਟੇਟ ਜੋ USA ਦੇ ਵਿੱਚ ਆ ਉਹ ਪੂਰੀ ਤਰ੍ਹਾਂ ਜਿਹੜੀ ਕ੍ਰੈਸ਼ ਹੋਣ ਨੂੰ ਫਿਰਦੀ ਹੈਗੀ ਆ। ਬਹੁਤ ਸਾਰੇ ਲੋਕਾਂ ਦੇ ਐਡਜਸਟੇਬਲ ਰੇਟ ਸੀ ਉਹ ਚੇਂਜ ਹੋਣੇ ਆ, ਬਹੁਤ ਸਾਰੇ ਆਫਿਸਿਸ ਵੇਕੈਂਟ ਹੈਗੇ ਆ। ਸੋ ਇਹਨੂੰ ਦੇਖਦੇ ਹੋਏ ਹੁਣ ਕੰਪਨੀਆਂ, ਕੱਲੀਆਂ ਕੰਪਨੀਆਂ ਨਹੀਂ, ਹੁਣ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਉੱਤੇ ਵੀ ਪ੍ਰੈਸ਼ਰ ਆ ਵੀ ਭਾਈ ਜਿਹੜੇ ਆਪਣੇ EMPLOYEE ਹੈਗੇ ਆ ਉਹਨਾਂ ਨੂੰ ਤੁਸੀਂ ਆਫਿਸਿਸ ਦੇ ਵਿੱਚ ਸੱਦੋ ਤਾਂ ਕਿ ਉਹ ਆਫਿਸ ਤੋਂ ਹੀ ਕੰਮ ਕਰਨ। ਜੀ, ਅਗਲੀ ਗੱਲ ਕਰਦੇ ਜਾਈਏ। ਸਵੇਰੇ ਵੀ ਆਪਾਂ ਦੱਸਦੇ ਸੀ ਵੀ ਕਿੱਦਾਂ ਮੌਸਮ ਦੇ ਕਰਕੇ ਭਿਆਨਕ ਹੜ੍ਹਾਂ ਦੇ ਕਰਕੇ ਕਿੰਨਾ ਨੁਕਸਾਨ LA ਕਾਊਂਟੀ ਦੇ ਵਿੱਚ, ਔਰੰਜ ਕਾਊਂਟੀ ਦੇ ਵਿੱਚ ਹੋਇਆ ਆ। ਇਸ ਤੋਂ ਇਲਾਵਾ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਵੀ ਹੁਣ ਥੋੜੇ ਦਿਨ ਦੇ ਲਈ ਤਾਂ ਚੈਨ ਰਹੇਗਾ ਮੀਂਹ ਵਾਲੇ ਮੌਸਮ ਤੋਂ, ਪਰ ਕਹਿੰਦੇ ਵੀ ਹੋਰ ਮੋਰ ਵੈਟ ਵੈਦਰ ਇਜ਼ ਔਨ ਦਾ ਵੇ ਸਦਰਨ ਕੈਲੀਫੋਰਨੀਆ ਦੇ ਲਈ। ਸਵੇਰੇ ਤੜਕੇ ਵਧੀਆ ਲੱਗਦਾ ਆ, ਧੁੱਪ ਵੀ ਲੱਗਦੀ ਅੱਜ ਕੱਲ੍ਹ, ਪਰ ਕਹਿੰਦੇ ਵੀ ਹੁਣ ਇੱਕ ਹੋਰ ਸਟਾਰਮ ਉਹ ਬਣ ਰਿਹਾ ਆ ਜੋ ਕਿ ਇਵੈਂਚੁਅਲੀ LA ਸਾਈਡ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਰ ਮੀਂਹ ਲੈ ਕੇ ਆ ਸਕਦਾ ਆ। ਕਹਿੰਦੇ ਵੀ ਆਉਂਦੇ ਐਤਵਾਰ ਤੱਕ 2 ਤੋਂ 4 ਇੰਚ ਤੱਕ ਹੋਰ ਜਿਹੜਾ ਮੀਂਹ ਕਈ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਆ। ਪਿਛਲੀ ਜਿਹੜੀ ਐਟਮੋਸਫੇਰਿਕ ਰਿਵਰ ਸੀਗੀ ਉਸ ਨੇ 5 ਦਿਨ ਲਗਾਤਾਰ ਜਿਹੜਾ ਮੀਂਹ ਉੱਥੇ ਪਾਇਆ ਤੇ ਭਾਰੀ ਬਰਫ਼ਬਾਰੀ ਵੀ ਹੋਈ ਸੀਗੀ। ਅਲ ਨੀਨੀਓ ਜਿਹੜਾ ਇਫੈਕਟ ਤੇ ਨਾਲ ਕਲਾਈਮੇਟ ਚੇਂਜ ਜਿਹੜਾ ਉਸ ਦੇ ਪਿੱਛੇ ਕਾਰਨ ਦੱਸੇ ਜਾ ਰਹੇ ਆ। ਸੋ ਕਹਿੰਦੇ ਵੀ ਆਉਂਦੇ ਐਤਵਾਰ ਤੱਕ ਹੋਰ ਮੀਂਹ ਜਿਹੜਾ ਆ ਉਹ ਆ ਰਿਹਾ ਆ। ਸਟੇਟ ਵਾਈਡ ਮੀਂਹ ਪੈਣ ਦੀ ਜਿਹੜੀ ਆ ਐਵਰੇਜ ਦੇ ਹਿਸਾਬ ਨਾਲ 102% ਦੇਖੀ ਗਈ ਆ। ਰੀਸੈਂਟ ਸਟਾਰਮਸ ਦੇ ਕਰਕੇ ਸਟੇਟ ਦੇ ਜਿਹੜੇ ਵੱਡੇ ਰਿਜ਼ਰਵਾਇਰ ਆ ਉਹ ਵੀ ਆਪਣੀ ਐਵਰੇਜ ਤੋਂ ਉੱਤੇ ਚੱਲ ਰਹੇ ਆ। ਕੁੱਲ 118% ਦੇ ਉੱਤੇ ਕਈ ਜਿਹੜੇ ਰਿਜ਼ਰਵਾਇਰਸ ਆ ਉਹ ਪਹੁੰਚ ਚੁੱਕੇ ਹੈਗੇ ਆ। ਸਨੋ ਪੈਕ 76% ਦੇ ਉੱਤੇ ਆਲਰੇਡੀ ਪਹੁੰਚ ਚੁੱਕਾ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਪਰ ਸਦਰਨ ਕੈਲੀਫੋਰਨੀਆ ਵਾਲੇ ਹੋਰ ਆ ਰਹੇ ਮੀਂਹ ਦੇ ਲਈ ਕਹਿੰਦੇ ਰੈਡੀ ਰਹਿਣ। ਜੀ, ਐਟਮੋਸਫੇਰਿਕ ਰਿਵਰ ਦਾ ਕਾਰਨ ਇੱਕ ਇਹ ਵੀ ਹੋ ਰਿਹਾ ਆ ਵੀ ਜੋ ਸੈਂਟਰਲ ਵੈਲੀ ਦਾ ਏਰੀਆ ਹੈਗਾ ਆ ਉੱਥੇ ਬੁਖਾਰ ਦੇ ਕੇਸ ਕਾਫੀ ਵੱਧ ਰਹੇ ਹੈਗੇ, ਫੀਵਰ ਦੇ। ਪਿਛਲੇ ਮਹੀਨੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਰਿਪੋਰਟ ਕੀਤਾ ਆ ਵੀ 9280 ਨਵੇਂ ਕੇਸ ਵੈਲੀ ਫੀਵਰ ਦੇ ਜੋ ਆ ਉਹ ਰਿਪੋਰਟ ਹੋਇਆ ਸਨ 2023 ਦੇ ਵਿੱਚ। ਇਹ ਵਨ ਆਫ ਦਾ ਹਾਈਐਸਟ ਨੰਬਰ ਹੈਗਾ ਆ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ ਪਲੀਜ਼ ਧਿਆਨ ਰੱਖੋ
ਇਹਦੇ ਸੰਬੰਧ ਦੇ ਵਿੱਚ ਡਾਕਟਰ ਜੈਂਗ ਆ, ਕਲੀਨਿਕਲ ਮਾਈਕਰੋਬਾਇਓਲੋਜਿਸਟ, ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ 'ਚ, ਉਹਨਾਂ ਨੇ ਕਿਹਾ ਵੀ 15 ਸਾਲ ਪਹਿਲਾਂ ਸਾਡੇ ਕੋਲ 1 2 ਮੇ ਵੀ 3 ਕੇਸ ਆਉਂਦੇ ਹੁੰਦੇ ਸੀ, ਹੁਣ ਤੁਸੀਂ ਦੇਖ ਲਓ ਵੀ ਹਜ਼ਾਰਾਂ ਦੇ ਵਿੱਚ ਕੇਸ ਇਹ ਹੋ ਗਏ ਹੈਗੇ। ਤੇ ਇਸੇ ਤਰ੍ਹਾਂ ਜੇ ਹੁਣ ਆਪਾਂ ਅਗਲੀ ਖਬਰ ਵੱਲ ਜਾਈਏ ਤੇ ਪੀਜੀਐਨਡੀ ਜੀ ਪੀਜੀਐਨਡੀ ਨੇ ਲੋਕਾਂ ਦਾ ਧੂਆਂ ਤਾਂ ਕੱਢ ਦਿੱਤਾ ਜਿਨ੍ਹਾਂ ਦੇ ਸਹੀ ਬਿੱਲ ਗੱਲ ਆ ਹੈ। ਰਹੇ ਆ। ਤੇ ਹੁਣ ਉਹ ਕਹਿੰਦੇ ਆ ਵੀ 3 ਹਿੱਸਿਆਂ ਦੇ ਵਿੱਚ ਨਾਰਦਰਨ ਕੈਲੀਫੋਰਨੀਆ 'ਚ ਉਹ ਫਰਵਰੀ 27 ਨੂੰ ਪਾਵਰ ਆਊਟੇਜ ਕਰਨ ਜਾ ਰਹੇ ਹੈਗੇ ਆ। ਸੋ ਬਿਊਟ ਕਾਉਂਟੀ 'ਚ, ਪਲਮਸ ਕਾਉਂਟੀ 'ਚ, ਯੂਬਾ ਕਾਉਂਟੀ ਦਾ ਜਿਹੜਾ ਸਟ੍ਰਾਬੇਰੀ ਵੈਲੀ ਏਰੀਆ ਹੈਗਾ, ਕੁਛ ਅਪਡੇਟਸ ਉਹ ਕਰ ਰਹੇ ਆ 9 ਵਜੇ ਤੋਂ ਲੈ ਕੇ 5 ਵਜੇ ਤਾਈਂ। ਕਾਫੀ ਕਸਟਮਰਸ ਜੋ ਮੈਂ ਏਰੀਏ ਦੱਸੇ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਪੂਰੇ 8 ਘੰਟੇ ਬਿਜਲੀ ਤੋਂ ਬਿਨਾਂ ਰਹਿਣਾ ਪਊਗਾ। ਜੀ, ਸਾਊਥ ਲੇਕ ਟਾਹੋ ਦੇ ਵਿੱਚ ਇੱਕ ਪਰਿਵਾਰ 'ਚ 4 ਜੀਆਂ ਦੀ ਮੌਤ ਦੀ ਦਰਦ ਭਰੀ ਖਬਰ ਆ ਰਹੀ ਆ। ਇਸ ਮੌਕੇ ਸਿਟੀ ਦੇ ਅਧਿਕਾਰੀ ਦੱਸ ਰਹੇ ਆ ਵੀ ਇਹਦੇ ਵਿੱਚ ਡਰੱਗਸ ਇੱਕ ਫੈਕਟਰ ਹੋ ਸਕਦਾ ਆ, ਕਾਰਨ ਹੋ ਸਕਦਾ। ਉੱਥੇ ਰੋਜਰ ਐਵਨਿਊ ਦੇ 500 ਬਲਾਕ ਦੇ ਘਰ ਦੇ ਵਿੱਚ ਪੁਲਿਸ ਤੇ ਜਿਹੜੇ ਫਾਇਰ ਅਧਿਕਾਰੀ ਇੱਕ ਕਾਲ ਨੂੰ ਰਿਸਪੌਂਡ ਕਰ ਰਹੇ ਸੀਗੇ, ਜਦ ਉੱਥੇ ਅਨਰਿਸਪੌਂਸਿਵ ਪਰਸਨ ਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ। ਪੈਰਾਮੈਡਿਕਸ ਜਦ ਉੱਥੇ ਪਹੁੰਚੇ ਤਾਂ 2 ਜਿਹੜੇ ਆ ਉਹ ਆਲਰੇਡੀ ਮ੍ਰਿਤ ਸੀਗੇ ਤੇ ਦੋਵਾਂ ਦੇ ਉੱਤੇ ਲਾਈਫ ਸੇਵਿੰਗ ਮੈਜਰਸ ਜਿਹੜੇ ਚਲਾਏ ਗਏ। ਪਰ ਕਹਿੰਦੇ ਵੀ ਉਹਨਾਂ ਦੀਆਂ ਐਫਰਟਸ ਦੇ ਬਾਵਜੂਦ, ਕੋਸ਼ਿਸ਼ਾਂ ਦੇ ਬਾਵਜੂਦ 3 ਬੰਦੇ ਤੇ ਇੱਕ ਜਿਹੜੀ ਔਰਤ ਆ, ਜਿਨ੍ਹਾਂ ਚਾਰਾਂ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਸੀਗੀ, ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤੇ ਗਏ। ਹਾਲ ਦੀ ਘੜੀ ਉਹਨਾਂ ਦੀਆਂ ਆਈਡੈਂਟੀਟੀਜ਼ ਦੱਸਿਆ ਨਹੀਂ ਗਿਆ। ਸਿਟੀ ਅਧਿਕਾਰੀਆਂ ਨੇ ਕਿਹਾ ਸਬਸਟੈਂਸ ਅਬਿਊਸ ਇਸ ਦੇ ਵਿੱਚ ਸ਼ੱਕ ਹੈਗਾ ਆ, ਪਰ ਅਜੇ ਕਨਫਰਮ ਜਿਹੜਾ ਉਹ ਨਹੀਂ ਕਰ ਰਹੇ। 2 ਹੋਰ ਜਾਣੇ ਮੌਜੂਦ ਸੀਗੇ ਘਰ ਦੇ ਵਿੱਚ ਜੋ ਅਧਿਕਾਰੀਆਂ ਦੇ ਨਾਲ ਇਸ ਟਾਈਮ ਮਦਦ ਕਰਦੇ ਦੱਸੇ ਜਾਂਦੇ ਨੇ। ਅਲਡਰਾਡੋ ਕਾਉਂਟੀ ਸ਼ੈਰਿਫ ਆਫਿਸ ਤੇ ਡਿਸਟ੍ਰਿਕਟ ਅਟਾਰਨੀ ਆਫਿਸ ਸਾਊਥ ਲੇਕ ਟਾਹੋ ਦੇ ਪੁਲਿਸ ਨਾਲ ਮਿਲ ਕੇ ਇਸ ਪੂਰੇ ਜਿਹੜੇ ਆ ਮਾਮਲੇ ਦੀ ਜਾਂਚ ਕਰ ਰਹੇ ਆ। ਇਲੈਕਸ਼ਨ ਆ ਰਹੀ ਆ, ਆਪਾਂ ਕੁਝ ਦਿਨਾਂ ਦੇ ਵਿੱਚ ਜ਼ਰੂਰ ਤੁਹਾਨੂੰ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਮਾਰਚ ਦੇ ਵਿੱਚ ਪ੍ਰਾਇਮਰੀ ਹੈਗੀ ਆ, ਜੀ, ਤੁਹਾਡੇ ਘਰਾਂ ਦੇ ਵਿੱਚ ਆਲਰੇਡੀ ਬੁਲੇਟਿਨਸ ਵੀ ਆ ਗਈਆਂ ਆ ਤੇ ਬੈਲਟਸ ਵੀ ਆ ਗਏ ਹੈਗੇ ਵੋਟਰ ਗਾਈਡ ਵੀ ਆ ਆ। ਗਏ। ਜ਼ਰੂਰ ਆਉਣ ਵਾਲੇ ਕੁਝ ਦਿਨਾਂ 'ਚ ਡਿਸਕਸ ਕਰਾਂਗੇ। ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਦੇ ਘਰਾਂ 'ਚ ਬੈਲਟ ਆਏ ਆ, ਮੇਕ ਸ਼ੋਰ ਕਰੋ ਕੋਈ ਤੁਹਾਤੋਂ ਚੱਕਣ ਨਾ ਆਵੇ। ਉਹ ਕ੍ਰਾਈਮ ਹੈਗਾ ਆ, ਤੁਸੀਂ ਕਿਸੇ ਨੂੰ ਬੈਲਟ ਨਹੀਂ ਦੇ ਸਕਦੇ ਹੈਗੇ। ਆਪ ਮੇਲ ਕਰ ਸਕਦੇ ਆ ਜਾਂ ਆਪ ਡਿਲੀਵਰ ਕਰ ਸਕਦੇ ਹੈਗੇ ਆ। ਸੋ ਇਹ ਵੀ ਪਤਾ ਚੱਲ ਰਿਹਾ ਬਹੁਤ ਸਾਰੇ ਲੋਕ ਘਰੋਂ ਘਰੀ ਜਾ ਕੇ ਬੈਲਟ ਜਿਹੜੇ ਉਹ ਚੱਕ ਲੈਂਦੇ ਹੈਗੇ ਆ ਬੈਲਟ ਤੇ ਬਹੁਤ ਹਾਰਵੈਸਟਿੰਗ ਨਾਂ ਗਿਆ। ਦੱਸ ਸੋ ਕਈ ਇੰਪੋਰਟੈਂਟ ਇਹਦੇ ਵਿੱਚ ਇਲੈਕਸ਼ਨਸ ਹੈਗੀਆਂ, ਸਿਟੀ ਕੌਂਸਲ ਦੀਆਂ, ਮੇਅਰ ਦੀਆਂ, ਕਾਂਗਰਸਮੈਨ ਦੀਆਂ, ਸੈਨੇਟਰ ਦੀ ਪ੍ਰਾਇਮਰੀ ਹੈਗੀ ਆ, ਯੂਐਸ ਪ੍ਰੈਜ਼ੀਡੈਂਟ ਦੀ ਪ੍ਰਾਇਮਰੀ ਆ, ਐਕਚੁਅਲ ਜਿਹੜੀ ਆ ਨਵੰਬਰ 'ਚ ਹੋਣੀ ਆ। ਸੋ ਬਹੁਤ ਸਾਰੀਆਂ ਪ੍ਰੋਪੋਜੀਸ਼ਨ ਵੀ ਹੈਗੀਆਂ ਆ। ਫ੍ਰਿਜ਼ਨੋ ਏਰੀਆ ਦੇ ਵਿੱਚ ਇੱਕ ਪ੍ਰੋਪੋਜੀਸ਼ਨ ਆ ਜਿਹਦੇ ਨਾਲ ਫ੍ਰਿਜ਼ਨੋ ਕਾਉਂਟੀ ਦੇ ਵਿੱਚ 1.4 ਬਿਲੀਅਨ ਡਾਲਰ ਦਾ ਜਿਹੜਾ ਸੇਲਸ ਟੈਕਸ ਆ ਉਹ ਬੈਲਟ ਦੇ ਉੱਤੇ ਆ। ਸੋ ਹੁਣ ਲੋਕ ਤਾਂ ਪਹਿਲੇ ਚੀਕਾਂ ਮਾਰ ਰਹੇ ਆ ਵੀ ਭਾਈ ਸਾਡੀ ਇਨਕਮ ਘੱਟ ਹੈਗੀ ਆ, ਮਹਿੰਗਾਈ ਇੰਨੀ ਹੋ ਗਈ ਆ। ਸੋ ਉਹਨੂੰ ਦੇਖਦੇ ਹੋਏ ਫ੍ਰਿਜ਼ਨੋ ਏਰੀਏ ਦੀ ਜੋ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਆ ਇਸਮੇਲਡਾ ਸੋਰੀਆ, ਉਹਨਾਂ ਨੇ ਅਨਾਉਂਸ ਕੀਤਾ ਵੀ ਮੈਂ ਇਸ ਬਿੱਲ ਦੇ ਆਪੋਜੀਟ ਆ, ਕਿਉਂਕਿ ਇਹਦੇ ਨਾਲ 0.25% ਸੇਲ ਟੈਕਸ ਇਨਕਰੀਜ਼ ਹੋਣਾ ਫ੍ਰਿਜ਼ਨੋ ਦੇ ਵਿੱਚ। ਸੋ ਇਹ ਜਿਹੜਾ ਸੇਲ ਟੈਕਸ ਆ ਉਹ ਫ੍ਰਿਜ਼ਨੋ ਸਟੇਟ ਅਕੈਡਮਿਕਸ ਤੇ ਐਥਲੈਟਿਕਸ ਨੂੰ ਜਾਣਾ। ਉਹ ਕਹਿੰਦੇ ਵੀ ਜਿਹੜਾ ਇਹ ਕੰਮ ਆ ਇਹ ਜਾਂ ਤਾਂ ਸਟੇਟ ਦਾ ਕੰਮ ਆ, ਯੂਨੀਵਰਸਿਟੀ ਨੂੰ ਪੈਸੇ ਦੇਣਾ, ਜਾਂ ਫੈਡਰਲ ਗਵਰਨਮੈਂਟ ਦਾ ਕੰਮ ਆ, ਹਨਾ। ਸੋ ਤੁਸੀਂ ਲੋਕਾਂ ਦੇ ਉੱਤੇ ਕਿਉਂ ਭਾਰ ਪਾ ਰਹੇ ਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ ਮਈਅਰ ਈ ਨੂੰ ਲੈ ਕੇ। ਬਹੁਤ ਸਾਰੇ ਆਪਣੇ ਲੋਕ ਵੀ ਇਸ ਬਿੱਲ ਦੀ ਸਪੋਰਟ ਕਰ ਰਹੇ ਆ, ਪਰ ਇਹ ਉਹੀ ਗੱਲ ਆ ਨਾ ਵੀ ਜਿੱਦਾਂ ਆਪਾਂ ਕਹਿ ਦਿੰਦੇ ਇੰਡੀਆ ਜਾ ਕੇ ਸਕੂਲ ਬਣਾਓ, ਹਸਪਤਾਲ ਬਣਾਓ, ਫਿਰ ਗਵਰਨਮੈਂਟ ਨੇ ਕੀ ਕਰਨਾ ਆ, ਠੀਕ ਹੈ ਕਿ ਨਹੀਂ, ਜੇ ਤੁਸੀਂ ਇਹ ਸਾਰਾ ਕੁਝ ਬਣਾਉਣਾ ਆ। ਤੇ ਸੋ ਉਹ ਵਿਰੋਧ ਕਰ ਰਹੇ ਹੈਗੇ। ਉਹਨਾਂ ਦੇ ਨਾਲ ਕੁਝ ਹੋਰ ਕਾਂਗਰਸਮੈਨ ਵੀ ਸੀ, ਸਿਟੀ ਕੌਂਸਲ ਮੈਂਬਰ ਮਿਗਲ ਐਰੀਅਸ ਵੀ ਸੀ। ਸੋ ਇਦਾਂ ਦੀਆਂ ਜਿਹੜੀਆਂ ਪ੍ਰੋਪੋਜੀਸ਼ਨ ਆ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਵਿਰੋਧ ਕਰੋ ਜਾਂ ਉਹਦਾ ਹੱਕ 'ਚ ਪਾਓ, ਇਹ ਤੁਹਾਨੂੰ ਪੜ੍ਹਨਾ ਬਹੁਤ ਜ਼ਰੂਰੀ ਹੈਗਾ, ਠੀਕ ਹੈ ਕਿ ਨਹੀਂ। ਪਈ ਕਿਹੜੀ ਜਿਹੜੀ ਪ੍ਰੋਪੋਜੀਸ਼ਨ ਆ ਰਹੀ ਆ, ਕਿਹਦੇ ਨਾਲ ਤੁਹਾਡਾ ਜਿਹੜਾ ਟੈਕਸ ਆ ਉਹ ਵਧਣਾ ਹੈਗਾ। ਹਾਂ ਠੀਕ ਆ, ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਆ ਜਾਂ ਤੁਹਾਡਾ ਪੈਸ਼ਨ ਹੈਗਾ ਹਾਂ ਵੀ ਯੂਨੀਵਰਸਿਟੀ ਨੂੰ ਪੈਸੇ ਦੇਣੇ ਚਾਹੀਦੇ ਹੈਗੇ, ਫਿਰ ਠੀਕ ਆ, ਉਹਦੇ ਹੱਕ 'ਚ ਪਾਓ। ਜੇ ਤੁਸੀਂ ਕਹਿੰਦੇ ਵੀ ਨਹੀਂ ਵੀ ਮੈਂ ਤਾਂ ਮਸੀਂ ਪਹਿਲੇ ਗੁਜ਼ਾਰਾ ਕਰ ਰਿਹਾ, ਵੀ ਮੈਂ ਇਸ ਹੱਕ 'ਚ ਨਹੀਂ ਹੈਗਾ, ਸੋ ਇਹ ਸਾਡਾ ਕੰਮ ਹੈਗਾ ਐਜੂਕੇਟ ਕਰਨਾ। ਜੋ ਕੁਝ ਵਾਪਰ ਰਿਹਾ ਹੈਗਾ, ਜੋ ਕੁਝ ਅਸੈਂਬਲੀਮੈਨ ਜਾਂ ਸੈਨੇਟਰਸ ਜਾਂ ਮੇਅਰ ਜਾਂ ਗਵਰਨਰ ਜਾਂ ਪ੍ਰੈਜ਼ੀਡੈਂਟ ਕਹਿ ਰਿਹਾ ਹੈਗਾ, ਬਾਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੇ ਬੈਲਟ ਤੇ ਵੋਟ ਪਾਣੀ ਹੈਗੀ ਆ। ਸੋ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜਾ ਮੈਜਰ ਆ ਇਹ
ਮੇਜਰ ਮੈਂ ਪਹਿਲਾਂ E ਈ ਦੱਸਿਆ ਸੀ। ਹੂੰ, ਹਾਂ, ਇਹ ਲੈ ਕੇ ਇਹਦੇ ਨਾਲ ਤੁਹਾਡਾ ਜਿਹੜਾ ਸੇਲਸ ਟੈਕਸ ਆ ਉਹ 0.25%, ਜਾਣੀ ਕਿ ਇੱਕ ਕੁਆਟਰ ਵਧਣਾ ਹੈਗਾ। ਜੇ ਉਹ ਜਿਹੜੇ ਹੱਕ ਵਾਲੇ ਕਹਿੰਦੇ ਆ ਵੀ ਅਸੀਂ ਫ੍ਰਿਜ ਨੂੰ ਸਟੇਟ ਯੂਨੀਵਰਸਿਟੀ ਨੂੰ ਜਾਊਗਾ, ਐਥਲੈਟਿਕਸ ਨੂੰ ਜਾਊਗਾ। ਜਿਹੜੇ ਇਹਦੇ ਕ੍ਰਿਟਿਕਸ ਆ, ਜਿਹੜੇ ਇਹਦੇ ਅਗੇਂਸਟ ਆ, ਉਹ ਕਹਿੰਦੇ ਵੀ ਨਹੀਂ, ਇਹ ਸਟੇਟ ਨੂੰ ਜਾਂ ਵੋਲੰਟਰੀ ਡੋਨੇਸ਼ਨਸ ਜਿਹੜੀਆਂ ਬਹੁਤ ਸਾਰੀ ਯੂਨੀਵਰਸਿਟੀਜ਼ ਨੂੰ ਲੋਕ ਡੋਨੇਸ਼ਨ ਦਿੰਦੇ ਆ, ਵੀ ਉਹਨਾਂ ਦੇ ਨਾਲ ਹੈਲਪ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਦੀ। ਉਹ ਜਿਹੜੇ ਕਲੀਅਰ ਕਰਦੇ ਜਾਈਏ, ਸਰਕਾਰ ਦੇ ਸਾਰੇ ਹੀ ਕੰਮਕਾਜ ਉਹ ਆਪਣੇ ਟੈਕਸ ਤੋਂ ਹੀ ਜਿਹੜੇ ਉਹ ਚੱਲਦੇ ਆ। ਇਹਦੇ ਵਿੱਚ ਵੀ ਉਹ ਕਹਿੰਦੇ ਵੀ ਤੁਹਾਡੇ ਤੋਂ ਹੋਰ ਟੈਕਸ ਉਘਰਾ ਕੇ ਜਿਹੜਾ ਆ ਉਹ ਇਸ ਪਾਸੇ ਵੱਲ ਨੂੰ ਲੈ ਕੇ ਜਾਵਾਂਗੇ। ਕੰਮ ਸਰਕਾਰ ਦਾ ਹੀ ਆ, ਪਰ ਪੈਸੇ ਜਿਹੜਾ ਹਮੇਸ਼ਾ ਹੀ ਡਾਲਰ ਆ ਉਹ ਸਾਰੇ ਆਮ ਲੋਕਾਂ ਦੇ ਹੀ ਹਰ ਇੱਕ ਕਾਰਜ ਦੇ ਵਿੱਚ ਉਹ ਲੱਗ ਰਹੇ ਹੁੰਦੇ ਆ। ਜਦੋਂ ਥੁੜ ਜਾਂਦੇ ਆ ਤਾਂ ਫਿਰ ਆਪਣੇ ਨੋਟ ਜਿਹੜੇ ਚੁੱਪ ਚਪੀਤੇ ਜਿਹੜੇ ਉਹ ਛਾਪ ਲੈਂਦੇ, ਜਿਸ ਤੋਂ ਬਾਅਦ 'ਚ ਮਹਿੰਗਾਈ ਫਿਰ ਪੂਰੀ ਵੱਧ ਜਾਂਦੀ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਜੀ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਫੈਂਟਨਲ ਦਾ ਇੱਕ ਖਬਰ ਜਿਹੜੀ ਉਹ ਦੱਸ ਜੇ, ਬੜੀ ਭਿਆਨਕ ਖਬਰ ਆ। ਉੱਦਾਂ ਕਹਿੰਦੇ ਵੀ ਜਦੋਂ ਸਪੋਰਟਸ ਪਰਸਨ ਹੋਵੇ ਬੰਦਾ ਤਾਂ ਨਸ਼ਿਆਂ ਤੋਂ ਦੂਰ ਰਹਿੰਦਾ ਆ, ਪਰ ਫ੍ਰੈਜ਼ਨੋ ਸਟੇਟ ਦਾ ਜਿਹੜਾ ਆਪਣਾ ਕੋਚ ਆ, ਉਸ ਦਾ ਆਪਣਾ ਮੁੰਡਾ ਹੀ ਫੈਂਟਨਲ ਦੀ ਓਵਰਡੋਜ਼ ਦੇ ਨਾਲ ਮਰ ਗਿਆ। ਇਹ 2022 ਦੇ ਆંકੜੇ 74,000 ਮੌਤਾਂ ਕੁੱਲ ਆ, ਤੇ ਪਰ ਆਪਾਂ 2023 ਦੇ ਵਿੱਚ ਜਿੱਦਾਂ ਦੱਸ ਰਹੇ ਸੀ ਲੇਟੈਸਟ ਆંકੜੇ 1 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਆ। ਸੋ ਕੋਚ ਵੈਬ ਨੇ ਜਿਹੜਾ ਉਹ ਦੱਸਿਆ ਵੀ ਮੈਂ ਆਪਣੇ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਮਰਦੇ ਹੋਏ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਜਿਹੜੇ ਫ੍ਰੈਜ਼ਨੋ ਸਟੇਟ ਅਸਿਸਟੈਂਟ ਮੈਨਸ ਬਾਸਕਟਬਾਲ ਕੋਚ ਜਿਹੜੇ ਵੌਨ ਵੈਬ ਆ, ਉਹਨਾਂ ਨੇ ਕਿਹਾ ਵੀ ਇਸ ਟਾਈਮ ਦਰਦ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਆ। ਮੈਂ ਆਪਣੇ ਮੁੰਡੇ ਦੇ ਇਸ ਵਿਛੋੜੇ ਨੂੰ ਝੱਲਣਾ ਮੇਰੇ ਲਈ ਬੜਾ ਔਖਾ ਜਿਹੜਾ ਉਹ ਹੋਇਆ ਪਿਆ ਆ। ਪਰ ਉਹ ਨਾਲ ਦੇ ਨਾਲ ਇਹ ਕਹਿ ਰਹੇ ਆ ਵੀ ਭਾਈ ਪਲੀਜ਼ ਆਪਣੇ ਨਿਆਣਿਆਂ ਦੇ ਉੱਤੇ ਨਜ਼ਰ ਰੱਖੋ। ਇਸ ਅਲਾਮਤ ਤੋਂ ਜਿਹਨੂੰ ਬਚਾ ਸਕਦੇ ਆ ਉਸ ਨੂੰ ਜਿਹੜਾ ਉਹ ਆਪਾਂ ਬਚਾਈਏ। ਇਹ ਹਾਲਾਤ ਜਿਹੜੇ ਉਹ ਬਹੁਤ ਮਾੜੇ ਆ। ਫੈਂਟਨਲ ਇੱਕ ਅਜਿਹਾ ਡਰੱਗ ਆ ਤੇ ਇਹ ਕਾਊਂਟਰਫੇਟ ਜੇ ਹੋ ਜਾਂਦਾ, ਜਦੋਂ ਨਕਲੀ ਕੈਮੀਕਲ ਪੈ ਜਾਂਦੇ ਜਾਂ ਹੋਰ ਚੀਜ਼ਾਂ ਦੇ ਨਾਲ ਇਸ ਨੂੰ ਲੈਸ ਕਰ ਦਿੱਤਾ ਜਾਂਦਾ ਆ, ਤਾਂ ਇਹ ਜਾਨਲੇਵਾ ਸਾਬਤ ਹੁੰਦਾ ਆ। ਸੋ ਇਹ ਹਾਲਾਤ ਇਦਾਂ ਦੇ ਜਿਹੜੇ ਬਣੇ ਪਏ ਆ। ਲੋਕਾਂ ਨੂੰ ਸੇਧ ਦੇਣ ਵਾਲੇ ਆਪ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਕੀ ਹੋ ਰਿਹਾ ਹੁੰਦਾ ਪਤਾ ਨਹੀਂ ਲੱਗਦਾ। ਸੋ ਭਾਈ ਕਹਿੰਦੇ ਵੀ ਸਤਰਕ ਰਹੋ, ਦੇਖੋ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਵੀ ਹੋਰਾਂ ਦੇ ਪਰਿਵਾਰਾਂ 'ਚ ਇਦਾਂ ਦੇ ਸੱਥਰ ਨਾ ਵਿਛਣ। ਤੇ ਜਾਂਦੇ ਜਾਂਦੇ ਜੇ ਮਾਰਕੀਟ ਦੀ ਹਾਲ ਅੱਜ ਹਰਜੋਤ ਸਿੰਘ ਜੀ ਦੱਸ ਜਾਈਏ, ਵੀਕ ਦੀ ਸ਼ੁਰੂਆਤ ਦੇ ਵਿੱਚ ਡਾਓ ਜੋਨ 100 ਤੇ 26 ਪੁਆਇੰਟ ਵੱਧ ਕੇ 38,797 ਤੇ ਬੰਦ ਹੋਇਆ। S&P ਦੇ ਵਿੱਚ 5 ਪੁਆਇੰਟ ਘਟੇ 5,022 ਤੇ ਬੰਦ ਹੋਇਆ। ਨੈਸਡੈਕ 48 ਪੁਆਇੰਟ ਘਟ ਕੇ 15,942 ਤੇ ਬੰਦ ਹੋਇਆ। ਸੋਨੇ ਦਾ ਭਾਅ $2,033 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ। 10 ਈਅਰ ਯੀਲਡ 4.17%। ਕ੍ਰਿਪਟੋ ਕਰੰਸੀ ਇਸ ਟਾਈਮ ਛਾਲਾ ਮਾਰ ਰਹੀ ਆ। ਬਿਟਕੋਇਨ 50,000 ਨੂੰ ਪਾਰ ਗਿਆ, 50,166 ਤੇ ਇਥੀਰੀਅਮ 2,677 US ਡਾਲਰ ਦੇ ਬਰਾਬਰ ਚੱਲ ਰਿਹਾ ਹੈ ਜੀ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 96 ਪੈਸੇ ਰਹੇ ਆ। ਇੱਕ $US ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 50 ਪੈਸੇ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਇਜਾਜ਼ਤ ਲੈਂਦੇ ਹਾਂ, ਤੇ ਇਜਾਜ਼ਤ ਲੈਣ ਤੋਂ ਪਹਿਲਾਂ ਦੱਸ ਦਈਏ ਵੀ ਸ਼ਾਮ ਦੇ ਜਿਹੜੇ ਦੀਵਾਨ ਆ ਹੁਣ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਪੇਸ਼ ਕੀਤੇ ਜਾਇਆ ਕਰਨਗੇ। ਉੱਥੇ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਉਹ ਪਹੁੰਚੇ ਹੋਏ ਆ। ਭਾਈ ਹਰਪਾਲ ਸਿੰਘ ਜੀ, ਜੋ ਬੀਤੇ ਯੂਨੀਵਰਸਿਟੀ ਨਗਰ ਕੀਰਤਨ ਦੌਰਾਨ ਉਦੋਂ ਉਹਨਾਂ ਨੇ ਸੇਵਾਵਾਂ ਇੱਥੇ ਨਿਭਾਈਆਂ ਸੀਗੀਆਂ। ਸੋ ਆਪਾਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਸੀ, ਉਦੋਂ ਵੀ ਉਹਨਾਂ ਦੀਆਂ ਜਿਹੜੀ ਕੀਤੀ ਗਈ ਲੜੀਵਾਰ ਕਥਾ ਸੀ ਆਪਾਂ ਸਰਵਣ ਕੀਤੀ ਸੀ। ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਸਿੱਖ ਇਤਿਹਾਸ ਨੂੰ ਜਿਹੜਾ ਉਹ ਪੇਸ਼ ਕਰਦੇ ਆ। ਸੋ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਜਿਹੜੇ ਸਿੱਧੇ ਪ੍ਰਸਾਰਣ ਆ ਉਹ ਸ਼ਾਮ ਦੇ ਦੀਵਾਨਾਂ ਦੇ ਰਹਿਰਾ ਸਾਹਿਬ ਤੋਂ ਉਪਰੰਤ ਜਿਹੜੇ ਉਹ ਆਪਾਂ ਹੁਣ ਸਰਵਣ ਕਰਿਆ ਕਰਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।